Student, today I am explaining the chapter 1 ਭਾਸ਼ਾ ਅਤੇ ਵਿਆਕਰਣ। ਭਾਸ਼ਾ ਕੀ ਹੁੰਦੀ ਹੈ? ਜਿਸ ਦੇ ਰਾਹੀਂ ਅਸੀਂ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਦੂਜਿਆਂ ਦੇ ਅੱਗੇ ਪ੍ਰਗਟ ਕਰਦੇ ਹਾਂ, ਉਸ ਨੂੰ ਭਾਸ਼ਾ ਕਹਿੰਦੇ ਹਨ। ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ, ਬੋਲਚਾਲ ਦੀ ਭਾਸ਼ਾ, ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਜਦੋਂ ਅਸੀਂ ਆਪਣੀ ਗੱਲ ਬੋਲ ਕੇ ਦੂਜਿਆਂ ਨੂੰ ਸਮਝਾਉਂਦੇ ਹਾਂ, ਉਸ ਨੂੰ ਕੀ ਕਹਿੰਦੇ ਹਾਂ? ਬੋਲਚਾਲ ਦੀ ਭਾਸ਼ਾ। ਜਿਵੇਂ ਅਸੀਂ ਘਰ ਜਾਂਦੇ, ਉਸ ਤੋਂ ਬਾਅਦ ਧੁੱਪ ਬਹੁਤ ਤੇਜ਼ ਹੈ, ਇਹ ਅਸੀਂ ਬੋਲ ਕੇ ਦੱਸ ਰਹੇ ਹਾਂ। ਜਿਵੇਂ ਕਿ ਲਿਖਤੀ ਭਾਸ਼ਾ, ਲਿਖਤੀ ਭਾਸ਼ਾ ਜਿਹੜੀ ਭਾਸ਼ਾ ਨੂੰ ਅਸੀਂ ਲਿਖ ਕੇ ਦੂਜੇ ਅੱਗੇ ਪ੍ਰਗਟ ਕਰਦੇ ਹਾਂ, ਜਿਵੇਂ ਕਿ ਰਸਾਲੇ ਹੋ ਗਏ, ਅਖਬਾਰ ਹੋ ਗਈ, ਕਿਤਾਬਾਂ ਹੋ ਗਈਆਂ, ਉਹ ਲਿਖ ਕੇ ਸਾਨੂੰ ਆਪਦੇ ਜਿਹੜੇ ਵਿਚਾਰ ਨੇ ਉਹ ਦੱਸਦੇ ਹਨ। ਜਿਵੇਂ ਪਿਤਾ ਜੀ ਅਖਬਾਰ ਪੜ੍ਹ ਰਹੇ ਹਨ, ਉਹ ਕੀ ਹੈ? ਲਿਖੀ ਹੋਈ ਅਖਬਾਰ ਹੀ ਪੜ੍ਹ ਰਹੇ ਹਨ। ਉਸ ਤੋਂ ਬਾਅਦ ਹੈ ਬੇਟਾ ਉਪਭਾਸ਼ਾ। ਉਪਭਾਸ਼ਾ ਕਿਹੜੀ ਹੁੰਦੀ ਹੈ? ਇੱਕ ਵੱਡੇ ਇਲਾਕੇ ਦੀ ਖੇਤਰੀ ਭਿੰਨਤਾ, ਯਾਨੀ ਕਿ ਅਲੱਗ-ਅਲੱਗ ਭਿੰਨਤਾ, ਯਾਨੀ ਕਿ ਡਿਫਰੈਂਸ ਹੋਣ ਦੇ ਕਾਰਨ ਉਸੇ ਭਾਸ਼ਾ ਦਾ ਬਦਲਿਆ ਹੋਇਆ ਰੂਪ ਨੂੰ ਹੀ ਉਪਭਾਸ਼ਾ ਕਿਹਾ ਜਾਂਦਾ ਹੈ। ਪੰਜਾਬ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ, ਉਪਭਾਸ਼ਾਵਾਂ ਬੋਲੀਆਂ ਜਾਂਦੀਆਂ? 4। ਦੁਆਬੀ, ਮਾਝੀ, ਮਲਵਈ, ਦੁਆਬੀ। ਦੁਆਬੇ ਵਿੱਚ ਕੀ ਹੈ? ਇਹ ਜਿਹੜੀ ਹੈ ਕਪੂਰਥਲਾ, ਜਲੰਧਰ ਵਿੱਚ ਬੋਲੀ ਜਾਂਦੀ ਹੈ। ਮਾਝੀ ਭਾਸ਼ਾ ਜਿਹੜੀ ਹੈ ਲਾਹੌਰ ਦੇ ਵਿੱਚ, ਗੁਰਦਾਸਪੁਰ, ਅੰਮ੍ਰਿਤਸਰ ਵਿੱਚ ਬੋਲੀ ਜਾਂਦੀ ਹੈ। ਮਲਵਈ ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਵਿੱਚ ਬੋਲੀ ਜਾਂਦੀ ਹੈ। ਦੁਆਬੀ ਭਾਸ਼ਾ ਕਿਹੜੀ ਹੁੰਦੀ ਹੈ? ਜਿਹੜੀ ਕਿ ਰੋਪੜ, ਪਟਿਆਲਾ, ਸੰਗਰੂਰ ਆਦਿ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ। ਉਸ ਤੋਂ ਬਾਅਦ ਹੈ ਬੱਚੇ ਕਿ ਸਾਡੀ ਭਾਸ਼ਾ ਜਿਹੜੀ ਭਾਸ਼ਾ ਹੈ, ਭਾਸ਼ਾ ਦੀ ਕੀ ਮਹੱਤਤਾ ਹੈ? ਭਾਸ਼ਾ ਨੂੰ ਅਸੀਂ ਅਗਰ ਜਾਣਦੇ ਹਾਂ ਤਾਂ ਹੀ ਅਸੀਂ ਆਪਣੀ ਗੱਲ ਕਿਸੇ ਨਾਲ ਸਾਂਝੀ ਕਰ ਸਕਦੇ ਹਾਂ। ਅਗਰ ਸਾਨੂੰ ਭਾਸ਼ਾ ਹੀ ਨਹੀਂ ਬੋਲਣੀ ਆਉਂਦੀ ਤਾਂ ਅਸੀਂ ਆਪਣੀ ਗੱਲ ਸਾਂਝੀ ਨਹੀਂ ਕਰ ਸਕਦੇ। ਅਤੇ ਜਦੋਂ ਪਹਿਲਾਂ ਦਾ ਯੁੱਗ ਸੀਗਾ, ਉਦੋਂ ਕੀ ਸੀ ਕਿ ਭਾਸ਼ਾ ਨਹੀਂ ਹੁੰਦੀ ਸੀ ਤਾਂ ਲੋਕ ਸੰਕੇਤ ਕਰਕੇ, ਯਾਨੀ ਕਿ ਇਸ਼ਾਰੇ ਕਰਕੇ, ਸਾਈਨ ਕਰਕੇ ਆਪਣੀ ਗੱਲ ਨੂੰ ਸਮਝਾਉਂਦੇ ਸਨ। ਭਾਰਤ ਦੀਆਂ ਭਾਸ਼ਾਵਾਂ ਜਿਨ੍ਹਾਂ ਨੂੰ ਕਿ ਮਾਨਤਾ ਪ੍ਰਾਪਤ ਕੀਤੀ ਗਈ ਹੈ ਉਹ ਹਨ 22। ਹਿੰਦੀ, ਪੰਜਾਬੀ, ਸੰਸਕ੍ਰਿਤ, ਗੁਜਰਾਤੀ, ਉਰਦੂ, ਮੈਥਿਲੀ, ਸੰਥਲੀ, तमिल, मराठी, बंगाली, मलयालम, उड़िया, तेलुगु, बोडो, नेपाली, मणिपुरी, कश्मीरी, कोंकणी, सिंधी, डोगरी, आसमी, कन्नड़, मैथिली। इस ਇਹ ਜਿਹੜੀਆਂ ਭਾਸ਼ਾਵਾਂ ਹਨ ਉਹ ਭਾਰਤ ਦੀਆਂ 22 ਭਾਸ਼ਾਵਾਂ ਹਨ ਜਿਨ੍ਹਾਂ ਨੂੰ ਸੰਵਿਧਾਨ ਨੇ ਮਾਨਤਾ ਪ੍ਰਾਪਤ ਕੀਤੀ ਹੈ। ਉਸ ਤੋਂ ਬਾਅਦ ਆ ਗਈ ਮਾਂ ਬੋਲੀ। ਮਾਂ ਬੋਲੀ ਕਿਹੜੀ ਹੁੰਦੀ ਹੈ? ਜਿਹੜੀ ਬੱਚਾ ਜਨਮ ਤੋਂ ਬਾਅਦ ਆਪਣੀ ਮਾਂ ਕੋਲੋਂ ਸਿੱਖਦਾ ਹੈ, ਉਸ ਨੂੰ ਮਾਂ ਬੋਲੀ ਕਹਿੰਦੇ ਹਨ। ਗੁਜਰਾਤੀਆਂ ਦੀ ਮਾਂ ਬੋਲੀ ਗੁਜਰਾਤੀ ਭਾਸ਼ਾ ਹੈ। ਅਤੇ ਰਾਸ਼ਟਰ ਭਾਸ਼ਾ ਕਿਹੜੀ ਹੁੰਦੀ ਹੈ? ਉਹ ਰਾਸ਼ਟਰ ਭਾਸ਼ਾ ਜਿਹੜੀ ਹੈ ਉਹ ਸਾਡੀ ਕਿਹੜੀ ਹੈ? ਹਿੰਦੀ ਹੈ। ਇਸ ਲਈ ਸਾਡੇ ਦੇਸ਼ ਦੇ ਲੋਕ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ ਹਿੰਦੀ ਵਿੱਚ। ਭਾਰਤ ਦੇਸ਼ ਦੀ ਰਾਸ਼ਟਰ ਭਾਸ਼ਾ ਦਾ ਮਾਣ ਹਿੰਦੀ ਭਾਸ਼ਾ ਨੂੰ ਹੀ ਹਾਸਲ ਹੋਇਆ ਹੈ। ਅੰਤਰਰਾਸ਼ਟਰੀ ਭਾਸ਼ਾ ਹੋਰਨਾਂ ਦੇਸ਼ਾਂ ਦੀ ਸੰਬੰਧ ਕਾਇਮ ਕਰਨ ਦੇ ਲਈ ਵਰਤੀ ਜਾਂਦੀ ਹੈ, ਉਹ ਅੰਗਰੇਜ਼ੀ ਭਾਸ਼ਾ ਹੈ। ਅੱਗੇ ਹੈ ਪੰਜਾਬ ਵਿੱਚ ਪ੍ਰਚਲਿਤ ਭਾਸ਼ਾਵਾਂ। ਪੰਜਾਬੀ ਜਿਹੜੀ ਹੈ ਉਹ ਸਾਡੀ ਮਾਂ ਬੋਲੀ ਹੈ। ਹਿੰਦੀ ਜਿਹੜੀ ਹੈ ਉਹ ਸਾਡੀ ਰਾਸ਼ਟਰ ਭਾਸ਼ਾ ਹੈ। ਅੰਤਰਰਾਸ਼ਟਰੀ ਭਾਸ਼ਾ ਜਿਹੜੀ ਹੈ ਉਹ ਅੰਗਰੇਜ਼ੀ ਹੈ। ਉਸ ਤੋਂ ਬਾਅਦ ਹੈ ਤੁਹਾਡਾ ਵਿਆਕਰਣ। ਵਿਆਕਰਣ ਕੀ ਹੁੰਦਾ ਬੇਟਾ? ਵਿਆਕਰਣ ਦਾ ਮਤਲਬ ਹੈ ਗ੍ਰਾਮਰ। ਜਦੋਂ ਅਸੀਂ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਦੇਣ ਦੇ ਲਈ ਕੁਝ ਨਿਯਮਾਂ ਦਾ ਪ੍ਰਯੋਗ ਕਰਦੇ ਹਾਂ, ਉਸ ਨੂੰ ਵਿਆਕਰਣ ਕਿਹਾ ਜਾਂਦਾ ਹੈ। ਵਿਆਕਰਣ ਜਿੱਦਾਂ ਦੇਖੋ ਗਲਤ ਲਿਖਿਆ ਹੋਇਆ ਹੈ, ਬੱਚਾ ਖੇਡਦੀ ਹੈ ਤਾਂ ਸਹੀ ਕੀ ਆਂਦਾ? ਬੱਚਾ ਖੇਡਦਾ ਹੈ। ਪੱਕ ਰਹੀ ਹੈ ਰੋਟੀ, ਰੋਟੀ ਪੱਕ ਰਹੀ ਹੈ, ਦੈਟ ਇਜ਼ ਅ ਸ਼ੁੱਧ। ਔਰ ਉਹ ਕੀ ਹੈ? ਅਸ਼ੁੱਧ ਹੈ। ਮੁੰਡਾ ਰੋ ਰਹੀ ਹੈ, ਕੀ ਮੁੰਡਾ ਰੋ ਰਹੀ ਆਏਗਾ? ਨਹੀਂ, ਕੀ ਆਏਗਾ? ਮੁੰਡਾ ਰੋ ਰਿਹਾ ਹੈ। ਇਹ ਕੀ ਹਨ? ਐਗਜ਼ਾਮਪਲ ਨੇ, ਉਦਾਹਰਣ ਨੇ। ਉਸ ਤੋਂ ਬਾਅਦ ਹੈ ਵਿਆਕਰਣ। ਹੁਣ ਇਹ ਵਿਆਕਰਣ ਤੁਸੀਂ ਸਿੱਖ ਲਈ ਹੈ ਕਿ ਵਿਆਕਰਣ ਕੀ ਹੁੰਦੀ ਹੈ? ਜਿਸ ਦੇ ਰਾਹੀਂ ਅਸੀਂ ਆਪਣੀ ਭਾਸ਼ਾ ਨੂੰ ਸ਼ੁੱਧ ਰੂਪ ਦਿੰਦੇ ਹਾਂ, ਉਸ ਦੇ ਲਈ ਕੁਝ ਨਿਯਮਾਂ ਦਾ ਪ੍ਰਯੋਗ ਕਰਦੇ ਹਾਂ, ਉਹਨਾਂ ਨੂੰ ਵਿਆਕਰਣ ਕਹਿੰਦੇ ਹਨ। ਉਹਨਾਂ ਨਿਯਮਾਂ ਨੂੰ ਵਿਆਕਰਣ ਕਹਿੰਦੇ ਹਨ। ਵਿਆਕਰਣ ਦੇ ਭੇਦ ਕਿੰਨੇ ਹੁੰਦੇ ਹਨ? 3। ਅੱਖਰ ਭੇਦ, ਸ਼ਬਦ ਭੇਦ, ਵਾਕ ਭੇਦ। ਅੱਖਰ ਭੇਦ ਕਿਹੜੀ ਹੈ? ਸਭ ਤੋਂ ਛੋਟੀ ਇਕਾਈ ਹੈ। ਇਸ ਦੇ ਵਿੱਚ ਸਾਨੂੰ ਅੱਖਰਾਂ, ਲੱਗਾ, ਮਾਤਰਾ ਦੀ ਭਾਸ਼ਾਵਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਸ਼ਬਦ ਭੇਦ ਉਹ ਹਨ ਜਿਹੜੇ ਕਿ ਸ਼ਬਦ ਰਚਨਾ, ਸ਼ਬਦ ਵੰਡ, ਸ਼ਬਦ ਦੀ ਸਹੀ ਵਰਤੋਂ ਦੀ ਸੰਬੰਧੀ ਗਿਆਨ ਮਿਲਦਾ ਹੈ। ਵਾਕ ਭੇਦ ਸ਼ਬਦਾਂ ਦੇ ਸਾਰਥਕ ਮੇਲ ਨਾਲ ਵਾਕ ਬਣਦੇ ਹਨ। ਦੇਖੋ ਸ਼ਬਦਾਂ ਨਾਲ ਹੀ ਵਾਕ ਬਣਦੇ ਹਨ, ਅਸੀਂ ਵਾਕ ਇੱਦਾਂ ਨਹੀਂ ਬਣਾ ਸਕਦੇ। ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ, ਠੀਕ ਹੈ। ਅਤੇ ਵਾਕ ਦੇ ਵਿੱਚ ਕੀ ਹੈ? ਵਾਕ ਦੀਆਂ ਕਿਸਮਾਂ, ਵਾਕ ਬਣਤਰ, ਵਾਕ ਵੰਡ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ। ਯੈਸ, ਨਾਓ ਯੋਰ ਚੈਪਟਰ ਇਜ਼ ਕੰਪਲੀਟ। ਪਲੀਜ਼ ਕੰਪਲੀਟ ਯੋਰ ਚੈਪਟਰ ਇਨ ਯੋਰ ਕਾਪੀ। only question answers, book work write on the book। अगर तुहानू इस चैप्टर विच कोई भी प्रॉब्लम है, प्लीज़ contact with me and send your query on my number। Thank you, have a nice day।